ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤਾਂ ਬਹੁਤ ਵਧੀਆ ਤਰ੍ਹਾਂ ਪੜ੍ਹ ਰਹੇ ਹੋਵੋਗੇ। ਬੇਟਾ ਅਸੀਂ ਡਿਸਕਸ ਕੀਤਾ ਸੀਗਾ ਪ੍ਰੀਵੀਅਸ ਲੈਕਚਰ ਦੇ ਵਿੱਚ ਸਟਰਕਚਰ ਆਫ ਪੋਲਨ ਗ੍ਰੇਨ। ਅੱਜ ਅਸੀਂ ਡਿਸਕਸ ਕਰਾਂਗੇ ਉਸ ਤੋਂ ਅਗਲਾ ਟੌਪਿਕ ਦੈਟ ਇਜ਼ ਮੇਗਾਸਪੋਰੋਜੈਨੇਸਿਸ। ਐਜ਼ ਯੂ ਨੋ ਓਲ ਕਿ ਅਸੀਂ ਪਹਿਲਾਂ ਮਾਈਕਰੋਸਪੋਰੋਜੈਨੇਸਿਸ ਜਦੋਂ ਡਿਸਕਸ ਕੀਤਾ ਤੇ ਅਸੀਂ ਕਿਹਾ ਵੀ ਇੱਥੇ ਮੇਲ ਗੈਮੀਟੋਫਾਈਟ ਦੀ ਫੋਰਮੇਸ਼ਨ ਹੋਈ ਹੈ। ਮੇਗਾਸਪੋਰੋਜੈਨੇਸਿਸ ਦੇ ਵਿੱਚ ਅਸੀਂ ਕੀ ਕਵਾਂਗੇ, ਇੱਥੇ ਮੇਗਾਸਪੋਰ ਦੀ ਫੋਰਮੇਸ਼ਨ ਹੋਈ ਹੈ। ਠੀਕ ਹੈ, ਮੇਗਾਸਪੋਰ ਦੇਖੋ ਨਾਮ ਤੋਂ ਹੀ ਕਲੀਅਰ ਹੈ, ਮੇਗਾ ਮਤਲਬ ਵੱਡਾ, ਸਪੋਰ ਮੀਨਸ ਕੋਈ ਵੀ ਸਪੋਰ, ਜੈਨੇਸਿਸ ਮਤਲਬ ਫੋਰਮੇਸ਼ਨ, ਮਤਲਬ ਇੱਥੇ ਉਹ ਵਾਲੇ ਸਪੋਰ ਦੀ ਫੋਰਮੇਸ਼ਨ ਹੋ ਰਹੀ ਹੈ ਜਿਹੜਾ ਸਾਈਜ਼ ਦੇ ਵਿੱਚ ਵੱਡਾ ਹੁੰਦਾ ਆ। ਤਾਂ ਸਾਨੂੰ ਪਤਾ ਆ ਵੀ ਸਾਈਜ਼ ਦੇ ਵਿੱਚ ਵੱਡਾ ਕਿਹੜਾ ਗੈਮੀਟ ਹੁੰਦਾ, ਫੀਮੇਲ ਗੈਮੀਟ। ਸੋ ਮੇਗਾਸਪੋਰੋਜੈਨੇਸਿਸ ਇਜ਼ ਦਾ ਫੋਰਮੇਸ਼ਨ ਆਫ ਫੀਮੇਲ ਗੈਮੀਟੋਫਾਈਟ। ਓਕੇ, ਉਸ ਤੋਂ ਪਹਿਲਾਂ ਬੇਟਾ ਤੁਹਾਨੂੰ 2-3 ਟਰਮਸ ਦੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ, ਫਿਰ ਹੀ ਤੁਸੀਂ ਮੇਗਾਸਪੋਰੋਜੈਨੇਸਿਸ ਨੂੰ ਸਮਝ ਸਕਦੇ ਹੋ। ਦੇਖੋ ਇੱਕ ਹੈਗੀ ਪਲੇਸੈਂਟਾ। ਪਲੇਸੈਂਟਾ ਕੀ ਹੁੰਦਾ, ਪਲੇਸੈਂਟਾ ਇੱਕ ਟਿਸ਼ੂਜ਼ ਦਾ ਮਾਸ ਹੁੰਦਾ ਜਿਹੜਾ ਓਵਰੀ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਮੀਨਸ ਓਵਰੀ ਦੇ ਅੰਦਰ ਹੀ ਇਹ ਪਿਆ ਹੋਏਗਾ, ਇਹਦੇ ਨਾਲ ਤੁਹਾਡਾ ਅਵਿਊਲ ਜਿਹੜਾ ਹੁੰਦਾ ਉਹ ਅਟੈਚ ਹੁੰਦਾ। ਅਵਿਊਲ ਇਹਦੇ ਨਾਲ ਅਟੈਚ ਹੁੰਦਾ ਇੱਕ ਸਟੋਕ ਦੀ ਹੈਲਪ ਦੇ ਨਾਲ, ਜਿਹਨੂੰ ਤੁਸੀਂ ਕਹਿੰਦੇ ਹੋ ਫਿਊਨੀਕਲ। ਅਤੇ ਉਹ ਵਾਲਾ ਪੁਆਇੰਟ ਜਿੱਥੇ ਅਵਿਊਲ ਫਿਊਨੀਕਲ ਦੇ ਨਾਲ ਅਟੈਚ ਹੁੰਦਾ, ਉਸ ਪੁਆਇੰਟ ਨੂੰ ਤੁਸੀਂ ਬੋਲਦੇ ਹੋ ਹਾਈਲਮ। ਸੋ ਇੱਥੇ ਤੁਹਾਡੇ ਕੋਲ 2 ਟਰਮਸ ਆ ਗਈਆਂ, ਫਿਊਨੀਕਲ ਐਂਡ ਹਾਈਲਮ। ਐਂਡ ਬੇਟਾ ਜੇ ਕਿਸੇ ਨੂੰ ਇਹ ਨਹੀਂ ਪਤਾ ਵੀ ਪੈਰਨਕਾਈਮੇਟਸ ਸੈਲਸ ਕਿਹੜੇ ਹੁੰਦੇ ਆ, ਤੁਸੀਂ ਅਨੋਟਮੀ ਆਫ ਫਲਾਵਰਿੰਗ ਪਲਾਂਟਸ 'ਚ 3 ਤਰ੍ਹਾਂ ਦੇ ਟਿਸ਼ੂਜ਼ ਪੜ੍ਹੇ ਆ ਫਲਾਵਰਸ ਦੇ ਅੰਦਰ, ਪੈਰਨਕਾਈਮਾ, ਸਕਲੈਰਨਕਾਈਮਾ, ਕੋਲਨਕਾਈਮਾ। ਜਿਹਦੇ 'ਚ ਤੁਸੀਂ ਪੜ੍ਹਿਆ ਸੀਗਾ ਵੀ ਜਿਹੜਾ ਸਕਲੈਰਨਕਾਈਮਾ ਹੁੰਦਾ ਉਹ ਡੈਡ ਟਿਸ਼ੂ ਹੁੰਦਾ, ਪੈਰਨਕਾਈਮਾ ਬੇਟਾ ਲਿਵਿੰਗ ਟਿਸ਼ੂਜ਼ ਹੁੰਦਾ, ਅਤੇ ਕੋਲਨਕਾਈਮਾ ਵੀ। ਓਕੇ, ਸੋ ਹਾਈਲਮ ਦੇ ਨਾਲ ਉਹ ਜਦੋਂ ਅਟੈਚ ਹੁੰਦਾ ਆ ਤਾਂ ਹਾਈਲਮ ਜਿਹੜੀ ਮਤਲਬ ਉਹ ਵਾਲਾ ਪੁਆਇੰਟ ਦੱਸਦੀ ਆ ਵੀ ਹਾਂ ਇੱਥੇ ਅਵਿਊਲ ਜਿਹੜਾ ਆ ਫਿਊਨੀਕਲ ਦੇ ਨਾਲ ਅਟੈਚ ਹੋ ਚੁੱਕਿਆ ਆ। ਆਓ ਮੈਂ ਤੁਹਾਨੂੰ ਇੱਕ ਡਾਇਗਰਾਮ ਦੇ ਨਾਲ ਕਲੀਅਰ ਕਰਾਨੀ ਆ। ਦੇਖੋ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਸਾਡੀ ਜਿਹੜੀ ਓਵਰੀ ਹੁੰਦੀ ਉਹਦੇ ਅੰਦਰ 3 ਪਾਰਟ ਹੁੰਦੇ, ਸਟਿਗਮਾ, ਸਟਾਈਲ, ਜਿਹੜਾ ਸਾਡਾ ਕਾਰਪਲ ਹੁੰਦਾ ਉਹਦੇ ਅੰਦਰ 3 ਪਾਰਟ ਹੁੰਦੇ, ਸਟਿਗਮਾ, ਸਟਾਈਲ, ਓਵਰੀ। ਜਾਂ ਸੋ ਸਟਿਗਮਾ ਉਹ ਵਾਲਾ ਰਿਸੈਪਟਿਵ ਸਰਫੇਸ ਹੈ ਜਿਹਦੇ ਉੱਤੇ ਆਣ ਕੇ ਪੋਲਨ ਗ੍ਰੇਨਸ ਨੇ ਅਟੈਚ ਹੋਣਾ ਆ। ਬਟ ਜਿਹੜੀ ਸਾਡੀ ਸਟਾਈਲ ਹੈ ਉਹ ਇੱਕ ਲੌਂਗ ਟਿਊਬ ਹੈ ਜਿਹਦੇ ਵਿੱਚੋਂ ਪੋਲਨ ਟਿਊਬ ਜਾਏਗੀ। ਅਤੇ ਓਵਰੀ ਉਹ ਵਾਲਾ ਲੋਬਡ ਸਟਰਕਚਰ ਆ ਜਿਹਦੇ ਅੰਦਰ ਤੁਹਾਡਾ ਅਵਿਊਲ ਪਿਆ ਹੋਇਆ, ਮਤਲਬ ਜਿਹਦੇ ਅੰਦਰ ਸਾਰਾ ਫਰਟੀਲਾਈਜੇਸ਼ਨ ਵਾਲਾ ਕੰਮ ਹੋਣਾ ਆ। ਓਕੇ, ਆਓ ਹੁਣ ਓਵਰੀ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਦੇ ਹਾਂ। ਸੀ ਹੈ ਨਾਓ ਬੇਟਾ, ਦੇਖੋ ਓਵਰੀ ਹੈ, ਓਵਰੀ ਦੇ ਅੰਦਰ ਕੀ ਪਿਆ ਹੋਇਆ, ਓਵਰੀ ਦੇ ਅੰਦਰ ਪਿਆ ਹੋਇਆ ਤੁਹਾਡਾ ਅਵਿਊਲ। ਠੀਕ ਹੈ, ਅਵਿਊਲ ਦੇ ਅੰਦਰ ਵੀ ਇੱਥੇ ਇਹਨਾਂ ਨੇ ਕਿੰਨਾ ਕੁਛ ਲਿਖਿਆ ਹੋਇਆ। ਕੀ ਲਿਖਿਆ ਹੋਇਆ, ਨਿਊਸੈਲਸ ਹੈ, 2 ਪੋਲਰ ਨਿਊਕਲੀਆਈ ਹੈ, ਐਗ ਸੈੱਲ ਹੈ, ਇੰਟੈਗੂਮੈਂਟਸ ਹੈ ਨਾ। ਸੋ ਬੇਟਾ ਇਹ ਸਾਰਾ ਕੁਛ ਜਿਹੜਾ ਆ ਇਹ ਅਵਿਊਲ ਦੇ ਅੰਦਰ ਹੈ ਨਾ। ਅਤੇ ਅਵਿਊਲ ਦੇ ਅੰਦਰ ਇੱਕ ਐਂਬਰੀਓ ਸੈਕ ਬਣਦਾ ਆ। ਠੀਕ ਹੈ, ਐਂਬਰੀਓ ਸੈਕ ਦੇ ਅੰਦਰ ਤੁਹਾਡਾ ਐਗ ਸੈੱਲ ਪਿਆ ਹੁੰਦਾ ਆ। ਠੀਕ ਹੈ, ਇਹ ਤੁਹਾਡੀਆਂ ਇੰਟੈਗੂਮੈਂਟਸ ਨੇ। ਨਿਊਸੈਲਸ ਇੱਕ ਸੈਲਸ ਦਾ ਟਿਸ਼ੂਜ਼ ਦਾ ਗਰੁੱਪ ਹੁੰਦਾ ਆ ਜਿਹਦੇ ਤੋਂ ਅੱਗੇ ਸਾਰੀ ਡਿਵੈਲਪਮੈਂਟ ਹੋਏਗੀ। ਓਕੇ, ਓਵਰੀ ਦੇ ਅੰਦਰ ਅਵਿਊਲ, ਅਵਿਊਲ ਦੇ ਅੰਦਰ ਐਂਬਰੀਓ ਸੈਕ ਦੇ ਅੰਦਰ ਐਗ ਸੈੱਲ ਐਂਡ ਪੋਲਰ ਨਿਊਕਲੀਆਈ। ਓਕੇ, ਅਤੇ ਇਹ ਵਾਲੇ ਜਿਹੜੇ 3 ਸੈੱਲ ਉੱਪਰ ਨੇ ਇਹਨਾਂ ਨੂੰ ਇੱਥੇ ਇਹਨਾਂ ਨੇ ਕੋਈ ਵੀ ਮਾਰਕਿੰਗ ਨਹੀਂ ਦਿੱਤੀ, ਇਹ ਹੁੰਦੇ ਆ ਐਂਟੀਪੋਡਲ ਸੈਲਸ। ਓਕੇ, ਆ ਜਾਓ ਹੁਣ ਪਿੱਛੇ ਚੱਲੀਏ ਤਾਂ ਦੇਖੋ ਅਸੀਂ ਕੀ ਪੜ੍ਹ ਕੇ ਆਏ ਹਾਂ ਵੀ ਅਵਿਊਲ ਦੇ ਅੰਦਰ ਕੀ ਹੈ, ਪੈਰਨਕਾਈਮੇਟਸ ਨਿਊਟ੍ਰੀਟਿਵ ਸੈਲਸ ਦਾ ਇੱਕ ਗਰੁੱਪ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਸੈਲਸ। ਨਿਊਸੈਲਸ ਅਸੀਂ ਪੜ੍ਹ ਲਿਆ, ਅਵਿਊਲ ਦੇ ਅੰਦਰ ਹੈ। ਦ ਬੇਸਲ ਪੋਰਸ਼ਨ ਆਫ ਨਿਊਸੈਲਸ ਫੋਰਮ 2 ਇੰਟੈਗੂਮੈਂਟਸ। ਠੀਕ ਹੈ, ਕਈਆਂ ਦੇ ਵਿੱਚ 2 ਇੰਟੈਗੂਮੈਂਟਸ ਹੁੰਦੀਆਂ, ਕਈਆਂ ਦੇ ਵਿੱਚ 1 ਇੰਟੈਗੂਮੈਂਟ ਹੁੰਦੀ। ਜੇਕਰ ਤਾਂ ਉਹਨਾਂ ਦੇ ਵਿੱਚ ਸਿਰਫ 1 ਇੰਟੈਗੂਮੈਂਟ ਹੋਏਗੀ ਤੁਸੀਂ ਉਹਨੂੰ ਕਹੋਗੇ ਯੂਨੀਟੈਗਮਿਕ। ਓਕੇ, ਯੂਨੀ ਮੀਨਸ 1, ਬਟ ਜੇਕਰ ਉਹਨਾਂ ਦੇ ਅੰਦਰ 2 ਇੰਟੈਗੂਮੈਂਟਸ ਹੋਣਗੀਆਂ ਤੁਸੀਂ ਉਹਨਾਂ ਨੂੰ ਕਹੋਗੇ ਬਾਈਟੈਗਮਿਕ। ਓਕੇ, ਸੋ ਜਿਹੜੀ 1 ਇੰਟੈਗੂਮੈਂਟ ਹੈ ਉਹ ਕਿਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ, 1 ਇੰਟੈਗੂਮੈਂਟ ਜਿਮਨੋਸਪਰਮ ਦੀਆਂ ਕੁਝ ਫੈਮਲੀਜ਼ ਦੇ ਵਿੱਚ ਪਾਈ ਜਾਂਦੀ ਹੈ, ਜਿਵੇਂ ਕਿ ਕੰਪੋਜ਼ਿਟਿਵ ਫੈਮਲੀ। ਬਾਈਟੈਗਮਿਕ ਤਾਂ ਅਸੀਂ ਨੋਰਮਲੀ ਸਾਰੀ ਫੈਮਲੀਜ਼ ਦੇ ਵਿੱਚ ਦੇਖਦੇ ਹੀ ਹਾਂ।
ਉਸੇ ਤਰ੍ਹਾਂ ਇੱਕ ਓਪਨਿੰਗ ਵੀ ਹੁੰਦੀ ਆ, ਜਿਹੜੀ ਓਪਨਿੰਗ ਨੂੰ ਕਿਹਾ ਜਾਂਦਾ ਆ ਮਾਈਕਰੋਪਾਈਲ। ਦੇਖੋ ਲੈਟਸ ਸੀ ਫਰੋਮ ਦਿਸ ਡਾਇਗਰਾਮ, ਲੈਟਸ ਕਲੀਅਰ ਇਟ ਫਰੋਮ ਹੇਅਰ। ਇਹ ਡਾਇਗਰਾਮ ਬਹੁਤ ਇੰਪੋਰਟੈਂਟ ਆ। ਦੇਖੋ ਇਸ ਡਾਇਗਰਾਮ ਤੋਂ ਤੁਹਾਨੂੰ ਕੀ ਸਮਝ ਆਏਗਾ, ਇਸ ਡਾਇਗਰਾਮ ਤੋਂ ਤੁਹਾਨੂੰ ਇਹ ਸਮਝ ਆ ਰਿਹਾ ਹੈ ਵੀ ਇੱਥੇ ਕੀ ਹੈ, ਦਿਸ ਇਜ਼ योर ਪਲੇਸੈਂਟਾ, या ਇੱਥੇ ਮੈਂ ਕੀ ਡਰੋ ਕੀਤਾ ਹੋਇਆ, ਪਲੇਸੈਂਟਾ ਡਰੋ ਕੀਤਾ ਹੋਇਆ। ਇਹ ਸਾਰਾ ਕੀ ਹੈ, ਮੇਰਾ ਪਲੇਸੈਂਟਾ। ਪਲੇਸੈਂਟਾ, what is placenta? As I told you, placenta is made up of parenchymatous cells and it is nutritive in function। ਜਿੱਦਾਂ ਹਿਊਮਨਸ ਦੇ ਅੰਦਰ ਪਲੇਸੈਂਟਾ ਦਾ ਕੰਮ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ ਆ, ਉਸੇ ਹੀ ਤਰ੍ਹਾਂ ਇਹਦੇ ਅੰਦਰ ਵੀ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਾ ਹੀ ਹੁੰਦਾ। ਹੁਣ ਦੇਖੋ ਪਲੇਸੈਂਟਾ ਤੋਂ ਇੱਕ ਬਹੁਤ ਲੌਂਗ ਪਾਈਪ ਜਿਹੜੀ ਹੈ ਉਹ ਜਾ ਰਹੀ ਹੈ, ਉਸ ਲੌਂਗ ਪਾਈਪ ਨੂੰ ਤੁਸੀਂ ਕੀ ਕਹਿੰਦੇ ਹੋ, ਫਿਊਨੀਕਲ। ਦੇਖੋ ਜਾ ਰਹੀ ਹੈ ਲੌਂਗ ਪਾਈਪ, या ਸੋ ਦਿਸ ਇਜ਼ ਕੋਲਡ ਐਜ਼ ਫਿਊਨੀਕਲ, ਪਲੇਸੈਂਟਾ ਐਂਡ ਫਿਊਨੀਕਲ। ਹੁਣ ਬੇਟਾ ਜਿੱਥੇ ਜਾ ਕੇ ਤੁਹਾਡੀ ਫਿਊਨੀਕਲ ਅਵਿਊਲ ਦੇ ਨਾਲ ਅਟੈਚ ਹੋਏਗੀ, ਤੁਸੀਂ ਉਸ ਪੁਆਇੰਟ ਨੂੰ ਕਹੋਗੇ ਹਾਈਲਮ। ਓਕੇ, ਅਵਿਊਲ ਦੇ ਨਾਲ ਜਿੱਥੇ ਤੁਹਾਡੀ ਫਿਊਨੀਕਲ ਅਟੈਚ ਹੋਣ ਲੱਗੀ, ਸਪੋਜ਼ ਕਰ ਲਓ ਦਿਸ ਇਜ਼ ਅਟੈਚਮੈਂਟ ਪੁਆਇੰਟ, ਸੋ ਯੂ ਵਿਲ ਸੇ ਕਿ ਇਹ ਤੁਹਾਡਾ ਹਾਈਲਮ ਹੈ। ਓਕੇ, ਉਸ ਤੋਂ ਬਾਅਦ ਮੈਂ ਤੁਹਾਨੂੰ ਕੀ ਕਰਾਇਆ ਵੀ ਸਾਡੇ ਕੋਲ ਜਿੱਥੋਂ ਤਾਂ ਸਾਡੀਆਂ ਇੰਟੈਗੂਮੈਂਟਸ ਡਿਵੈਲਪ ਹੁੰਦੀਆਂ, ਅਵਿਊਲ ਦਾ ਉਹ ਵਾਲਾ ਪੋਰਸ਼ਨ ਜਿੱਥੋਂ ਇੰਟੈਗੂਮੈਂਟਸ ਡਿਵੈਲਪ ਹੁੰਦੀਆਂ, ਉਹਨੂੰ ਤੁਸੀਂ ਕੀ ਕਹਿੰਦੇ ਹੋ, ਚਲਾਈਜ਼ਾ। ਸੋ ਦੇਖੋ ਬੇਟਾ ਦਾ ਪੁਆਇੰਟ ਆਫ ਅਰਾਈਜ਼ ਆਫ ਇੰਟੈਗੂਮੈਂਟਸ ਇਜ਼ ਕੋਲਡ ਐਜ਼ ਚਲਾਈਜ਼ਾ। ਜਾਂ ਫਿਰ ਤੁਸੀਂ ਸਿੱਧਾ ਹੀ ਕਹਿ ਸਕਦੇ ਹੋ ਵੀ ਜਿਹੜਾ ਉੱਪਰ ਵਾਲਾ ਪੋਰਸ਼ਨ ਹੁੰਦਾ ਮਾਈਕਰੋਪਾਈਲ ਤੋਂ ਓਪੋਜ਼ਿਟ ਵਾਲਾ ਪੋਰਸ਼ਨ, ਉਹ ਚਲਾਈਜ਼ਾ ਆ। ਬਟ ਉਸ ਤੋਂ ਪਹਿਲਾਂ ਤੁਹਾਨੂੰ ਮਾਈਕਰੋਪਾਈਲ ਦਾ ਪਤਾ ਹੋਣਾ ਚਾਹੀਦਾ। ਹੁਣ ਦੇਖੋ ਇਹ ਤੁਹਾਡੀਆਂ ਇੰਟੈਗੂਮੈਂਟਸ ਹੈ, ਠੀਕ ਹੈ ਜੀ, these are your integuments, these are your integuments, ਹੈ ਨਾ। ਹੁਣ ਇਹ ਇੰਟੈਗੂਮੈਂਟਸ ਪਿੱਛੋਂ ਆ ਰਹੀਆਂ ਕਿਤੇ, ਉਹ ਵਾਲੇ ਪੁਆਇੰਟ ਨੂੰ ਤੁਸੀਂ ਚਲਾਈਜ਼ਾ ਕਹਿਤਾ। ਜਿੱਥੇ ਜਾ ਕੇ ਇਹ ਇੰਟੈਗੂਮੈਂਟਸ ਓਪਨ ਹੁੰਦੀਆਂ ਆ, ਉੱਥੇ ਇਹ ਇੱਕ ਓਪਨਿੰਗ ਬਣਾਉਂਦੀਆਂ ਆ, ਜਿੱਥੇ ਐਂਡ ਹੁੰਦੀਆਂ ਉੱਥੇ ਉਹ ਇੱਕ ਓਪਨਿੰਗ ਬਣਾਉਂਦੀਆਂ, ਉਸ ਓਪਨਿੰਗ ਨੂੰ ਤੁਸੀਂ ਕਹਿੰਦੇ ਹੋ ਮਾਈਕਰੋਪਾਈਲ। ਫਿਰ ਇਸ ਤਰ੍ਹਾਂ ਤੁਹਾਡੇ ਕੋਲ ਕਿੰਨੇ ਪੋਲਸ ਆ ਗਏ, ਯੂ ਗੈਟ 2 poles, one is ਚਲਾਈਜ਼ਾ, ਅਨਦਰ ਇਜ਼ ਮਾਈਕਰੋਪਾਈਲ। ਮਾਈਕਰੋਪਾਈਲ ਇੱਕ ਓਪਨਿੰਗ ਦੀ ਤਰ੍ਹਾਂ ਕੰਮ ਕਰਦੀ ਆ। ਦੇਖੋ ਹੁਣ ਇੰਟੈਗੂਮੈਂਟਸ ਵੀ ਕਿੰਨੀਆਂ ਨੇ, 2। ਫਿਰ ਇੱਥੇ ਕਿਹੜੀ ਕੰਡੀਸ਼ਨ ਆ ਗਈ, ਬਾਈਟੈਗਮਿਕ। ਯੂਨੀਟੈਗਮਿਕ ਕੰਡੀਸ਼ਨ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਸਿਰਫ ਕਿੰਨੀਆਂ ਇੰਟੈਗੂਮੈਂਟਸ ਹੁੰਦੀਆਂ, 1। ਸੋ ਆਊਟਰ ਇੰਟੈਗੂਮੈਂਟ, ਇਨਰ ਇੰਟੈਗੂਮੈਂਟ। ਓਕੇ, ਨਾਓ ਨੈਕਸਟ ਅਸੀਂ ਕੁਝ ਪੜ੍ਹ ਕੇ ਆਏ ਹਾਂ, ਨੂਸੈਲਸ ਨਾਮ ਦਾ ਕੋਈ ਟਿਸ਼ੂ, ਹੈ ਨਾ। ਦੇਖੋ ਨੂਸੈਲਸ ਕਿੱਥੇ ਪ੍ਰੈਜੈਂਟ ਹੋਏਗਾ, ਨੂਸੈਲਸ ਤੁਹਾਡਾ ਪ੍ਰੈਜੈਂਟ ਹੋਏਗਾ ਇੱਥੇ, ਇਟ ਇਜ਼ ਅ ਟਿਸ਼ੂ, ਠੀਕ ਹੈ। ਨਿਊਸੈਲਸ ਤੋਂ ਹੀ ਅੱਗੇ ਇਹ ਤੁਹਾਡਾ ਐਂਬਰੀਓਸੈਕ ਦੀ ਡਿਵੈਲਪਮੈਂਟ ਹੋਏਗੀ। ਤੇ ਐਂਬਰੀਓਸੈਕ ਦੇ ਅੰਦਰ ਕਿੰਨਾ ਕੁਛ ਹੈ, ਐਂਬਰੀਓਸੈਕ ਦੇ ਅੰਦਰ ਸਾਡੇ 7 ਸੈਲਡ 8 ਨਿਊਕਲੀਏਟ ਸਟੇਜ ਹੈ, ਮਤਲਬ 7 ਸੈੱਲ ਹੋਣਗੇ ਜਿਨ੍ਹਾਂ ਦੇ ਵਿੱਚ 8 ਨਿਊਕਲੀਅਸ ਹੋਣਗੇ। ਹੋਪ ਤੁਹਾਨੂੰ ਇਹ ਜਿਹੜੀਆਂ ਡੈਫੀਨੇਸ਼ਨਸ ਹੈ ਉਹ ਕਲੀਅਰ ਹੈ ਵੀ ਮਾਈਕਰੋਪਾਈਲ ਇੱਕ ਓਪਨਿੰਗ ਆ, ਚਲਾਈਜ਼ਾ ਜਿੱਥੋਂ ਇੰਟੈਗੂਮੈਂਟਸ ਅਰਾਈਜ਼ ਕਰਦੀਆਂ, ਨਿਊਸੈਲਸ ਇੱਕ ਟਿਸ਼ੂ ਹੈ, ਨਿਊਸੈਲਸ ਦੇ ਬਾਹਰ ਸਾਡੀਆਂ 2 ਇੰਟੈਗੂਮੈਂਟਸ ਨੇ, ਨਿਊਸੈਲਸ ਤੋਂ ਐਂਬਰੀਓਸੈਕ ਦੀ ਫੋਰਮੇਸ਼ਨ ਹੁੰਦੀ ਹੈ, ਤਾਂ ਅਵਿਊਲ ਓਵਰੀ ਦੇ ਅੰਦਰ ਹੈ, ਓਵਰੀ ਦੇ ਨਾਲ ਅਵਿਊਲ ਅਟੈਚ ਹੈ ਵਿਦ ਦਾ ਹੈਲਪ ਆਫ ਪਲੇਸੈਂਟਾ। ਪਲੇਸੈਂਟਾ ਤੋਂ ਬਾਅਦ ਇੱਕ ਲੌਂਗ ਟਿਊਬ ਹੈ ਜਿਹਨੂੰ ਅਸੀਂ ਕਹਿੰਦੇ ਆ ਫਿਊਨੀਕਲ, ਜਿੱਥੇ ਫਿਊਨੀਕਲ ਪਲੇਸੈਂਟਾ ਦੇ ਨਾਲ ਅਟੈਚ ਹੁੰਦੀ ਆ, ਉਹਨੂੰ ਤੁਸੀਂ ਕਹਿੰਦੇ ਹੋ ਹਾਈਲਮ। Okay, this is about the outer ovule or you can simply say कि structure ਦੀ ਗੱਲ ਕੀਤੀ। ਹੁਣ ਅਸੀਂ ਗੱਲ ਕਰਾਂਗੇ ਉਹਨਾਂ ਦੀ ਫੋਰਮੇਸ਼ਨ ਦੀ, ਵੀ ਸਾਡੇ ਅਵਿਊਲ ਦੇ ਅੰਦਰ ਜਿਹੜੀ ਐਂਬਰੀਓਸੈਕ ਦੀ ਫੋਰਮੇਸ਼ਨ ਹੋਈ ਹੈ ਉਹ ਕਿੱਦਾਂ ਹੋਗੀ, ਠੀਕ ਹੈ ਜੀ। ਓਕੇ, ਸੋ ਦੇਖੋ ਸਮॉल ਓਪਨਿੰਗ ਜਿਹਨੂੰ ਅਸੀਂ ਕਿਹਾ ਮਾਈਕਰੋਪਾਈਲ। ਹੁਣ ਜੇਕਰ ਸਾਡੇ ਨਿਊਸੈਲਸ ਦੀ ਥਿਕਨੈਸ ਜ਼ਿਆਦਾ ਹੋਏਗੀ ਉਹਨੂੰ ਤੁਸੀਂ ਕਹੋਗੇ ਕ੍ਰੈਸੀ ਨਿਊਕਲੀਏਟ। ਓਕੇ, ਜੇਕਰ ਉਹਦੀ ਥਿਕਨੈਸ ਘੱਟ ਹੋਏਗੀ ਤੁਸੀਂ ਉਹਨੂੰ ਕਹੋਗੇ ਟੀਨੋ ਨਿਊਕਲੀਟੇਟ। ਇਹ ਬੇਟਾ ਅਵਿਊਲ ਦੀਆਂ ਕੰਡੀਸ਼ਨਸ ਦਿਖਾਈਆਂ ਵੀ ਜੇਕਰ ਨਿਊਸੈਲਸ ਜ਼ਿਆਦਾ ਆ ਤਾਂ ਉਹ ਇੱਦਾਂ ਦਾ ਆ, ਜੇਕਰ ਨਿਊਸੈਲਸ ਥਿਨ ਹੈ ਪਤਲਾ ਹੈ ਤਾਂ ਉਹ ਇੱਦਾਂ ਦਾ। ਇਹਨੂੰ ਤੁਸੀਂ ਯਾਦ ਕਰਨਾ ਨਹੀਂ ਕਰਨਾ ਤੁਹਾਡੇ ਹੱਥ 'ਚ ਹੈ, ਇਹ NCERT 'ਚ ਕਿਤੇ ਵੀ ਮੈਂਸ਼ਨਡ ਨਹੀਂ ਹੈਗਾ। ਓਕੇ, ਨਾਓ ਕਮਸ ਟੂ ਦਾ
ਮੇਜਰ ਪ੍ਰੋਸੈਸ ਆਫ ਮੇਗਾ ਸਪੋਰੋਜੈਨੇਸਿਸ। ਹੁਣ ਸਾਰਿਆਂ ਨੂੰ ਇਹ ਤਾਂ ਕਲੀਅਰ ਹੋ ਗਿਆ ਵੀ ਨਿਊਸੈਲਸ ਨਾਮ ਦਾ ਇੱਕ ਟਿਸ਼ੂ ਹੈ। ਦੇਖੋ ਨਿਊਸੈਲਸ ਜਿਹੜਾ ਆ, ਨਿਊਸੈਲਸ ਮਾਈਕਰੋਪਾਈਲਰ ਐਂਡ ਵੱਲ ਜਿਹੜਾ ਨਿਊਸੈਲਸ ਹੋਊਗਾ ਉਹਦੇ ਤੋਂ ਕਿਹੜੇ ਸੈੱਲ ਬਣਨਗੇ, ਉਹਦੇ ਤੋਂ ਤੁਹਾਡੇ ਬਣਨਗੇ ਆਰਕਿਓਸਪੋਰਲ ਸੈਲਸ। ਓਕੇ, ਆਰਕਿਓਸਪੋਰਲ ਸੈਲਸ ਦੀ ਡਿਵੀਜ਼ਨ ਹੋਊਗੀ, ਕਿਹੜੀ ਡਿਵੀਜ਼ਨ ਹੋਊਗੀ, ਪੈਰੀਕਲਾਈਨਲ ਡਿਵੀਜ਼ਨ। ਤੁਹਾਨੂੰ ਪਿੱਛੇ ਡਿਵੀਜ਼ਨਸ ਕਰਾਈਆਂ ਸੀਗੀਆਂ ਜਦੋਂ ਅਸੀਂ ਮਾਈਕਰੋਸਪੋਰੋਜੈਨੇਸਿਸ ਦੀ ਫੋਰਮੇਸ਼ਨ ਕੀਤੀ ਸੀ, ਪੈਰੀਕਲਾਈਨਲ ਡਿਵੀਜ਼ਨ, ਐਂਟੀਕਲਾਈਨਲ ਡਿਵੀਜ਼ਨ। ਸੋ ਸਿਮਿਲਰਲੀ ਇੱਥੇ ਵੀ ਪੈਰੀਕਲਾਈਨਲ ਡਿਵੀਜ਼ਨ ਹੋਏਗੀ ਆਰਕਿਓਸਪੋਰਲ ਸੈੱਲ ਦੇ ਅੰਦਰ। ਤਾਂ ਉਹ ਕਿੰਨੀਆਂ ਲੇਅਰਸ ਬਣਾਏਗਾ, ਉਹ ਬਣਾਏਗਾ 2 ਲੇਅਰਸ। ਕਿਹੜੀਆਂ 2 ਲੇਅਰਸ, ਪ੍ਰਾਇਮਰੀ ਪੈਰੀਏਟਲ ਸੈੱਲ ਐਂਡ ਇਨਰ ਸਪੋਰੋਜੀਨਸ ਸੈੱਲ। ਦੇਖੋ ਪ੍ਰਾਇਮਰੀ ਪੈਰੀਏਟਲ ਸੈੱਲ ਜਿਹੜਾ ਆ ਉਹਨੇ ਸਿਰਫ ਪੈਰੀਏਟਲ ਟਿਸ਼ੂ ਬਣਾਉਣਾ, ਉਹਨੇ ਕੋਈ ਹੋਰ ਅੱਗੇ ਐਂਬਰੀਓ ਸੈਕ ਦੀ ਫੋਰਮੇਸ਼ਨ ਨਹੀਂ ਕਰਾਣੀ। ਮੇਨ ਕੰਮ ਜਿਹੜਾ ਆ ਉਹ ਹੈਗਾ ਸਾਡਾ ਸਪੋਰੋਜੀਨਸ ਸੈੱਲ ਦਾ। ਸੋ ਸਪੋਰੋਜੀਨਸ ਸੈੱਲ ਤੋਂ ਅੱਗੇ ਸਾਰੀ ਦੀ ਸਾਰੀ ਡਿਵੈਲਪਮੈਂਟ ਹੋ ਕੇ ਐਂਬਰੀਓ ਸੈਕ ਦੀ ਫੋਰਮੇਸ਼ਨ ਹੋਏਗੀ। ਸਪੋਰੋਜੀਨਸ ਸੈੱਲ ਦੇ ਅੰਦਰ ਕੀ ਹੋਏਗੀ, ਸਪੋਰੋਜੀਨਸ ਸੈੱਲ ਤੋਂ ਅੱਗੇ ਡਿਵੈਲਪਮੈਂਟ ਹੋਏਗੀ ਮੇਗਾਸਪੋਰ ਮਦਰ ਸੈੱਲ ਦੀ। ਵਟ ਮੇਗਾਸਪੋਰ ਮਦਰ ਸੈੱਲ ਇਜ਼ ਕੋਲਡ, ਇਟ ਇਜ਼ ਕੋਲਡ ਐਜ਼ MMC ਇਨ ਸ਼ੋਰਟ ਫਾਰਮ। ਹੁਣ ਮੇਗਾਸਪੋਰ ਮਦਰ ਸੈੱਲ ਕੀ ਹੈ, ਸਾਡਾ ਡਿਪਲੋਇਡ ਹੈ, ਇਹ ਹੈਗਾ 2N। ਇਹਦੇ ਅੰਦਰ ਮਿਓਸਿਸ ਹੋਣੀ ਜ਼ਰੂਰੀ ਹੈ ਬਿਕੋਜ਼ ਸਾਨੂੰ ਪਤਾ ਵੀ ਸਾਡੇ ਗੈਮੀਟਸ ਤਾਂ ਹਮੇਸ਼ਾ ਹੈਪਲੋਇਡ ਹੁੰਦੇ ਆ। ਸੋ ਇਹਦੇ ਅੰਦਰ ਹੋਗੀ ਮਿਓਸਿਸ। ਮਿਓਸਿਸ ਹੋਣ ਤੋਂ ਬਾਅਦ ਕਿੰਨੇ ਸੈੱਲ ਬਣ ਗਏ, ਸਾਨੂੰ ਪਤਾ ਵੀ ਮਿਓਸਿਸ ਹੋਣ ਤੋਂ ਬਾਅਦ ਸਾਡੇ ਕੋਲ ਹਮੇਸ਼ਾ 4 ਸੈਲਸ ਦੀ ਫੋਰਮੇਸ਼ਨ ਹੁੰਦੀ ਆ। ਸੋ ਸਾਡੇ ਕੋਲ ਇੱਕ ਮੇਗਾਸਪੋਰ ਮਦਰ ਸੈੱਲ ਤੋਂ 4 ਹੈਪਲੋਇਡ ਮੇਗਾਸਪੋਰਸ ਬਣ ਗਏ। ਓਕੇ ਬੇਟਾ, ਜਿਹੜੇ ਇਹਨਾਂ ਦੇ ਵਿੱਚੋਂ 4 ਮੇਗਾਸਪੋਰਸ ਹੈ, 4 ਮੇਗਾਸਪੋਰਸ ਜਿੱਦਾਂ ਹੈਗੇ ਉਹਨਾਂ ਚੋਂ ਉੱਪਰ ਵਾਲੇ 3 ਜਿਹੜੇ ਆ ਉਹ ਡੀਜਨਰੇਟ ਕਰ ਜਾਣਗੇ, ਮਤਲਬ ਉਹ ਖਤਮ ਹੋ ਜਾਣਗੇ, ਉਹਨਾਂ ਦਾ ਕੋਈ ਕੰਮ ਨਹੀਂ ਹੈਗਾ। ਜਿਹੜਾ ਲੋਵਰ ਮੋਸਟ ਮੇਗਾਸਪੋਰ ਹੋਏਗਾ ਉਹ ਆਪਣੇ ਸਾਈਜ਼ ਦੇ ਵਿੱਚ ਇਨਲਾਰਜ ਕਰੇਗਾ, ਖਾਏਗਾ, ਪੀਏਗਾ, ਸਾਈਟੋਪਲਾਜ਼ਮ ਲਏਗਾ, ਇਨਲਾਰਜਮੈਂਟ ਕਰੇਗਾ ਤੇ ਕੀ ਬਣਾਏਗਾ, ਫੰਕਸ਼ਨਲ ਮੇਗਾਸਪੋਰ। ਮਤਲਬ ਸਾਰੇ ਦੀ ਸਾਰੀ ਰਿਸਪੌਂਸਿਬਿਲਿਟੀ ਆਪਣੇ ਉੱਤੇ ਲੈ ਕੇ ਮੇਗਾਸਪੋਰ ਦਾ ਕੰਮ ਕਰੇਗਾ, ਅੱਗੋਂ ਸਾਰੀ ਡਿਵੈਲਪਮੈਂਟ ਕਰਵਾਏਗਾ। ਓਕੇ, ਸੋ ਇੱਥੇ ਤੁਹਾਡਾ ਮੇਗਾਸਪੋਰ ਬਣ ਗਿਆ। ਮੇਗਾਸਪੋਰ ਦੇ ਅੰਦਰ ਡਿਵੀਜ਼ਨ ਹੋਏਗੀ ਮਾਈਟੋਸਿਸ। ਕਿੰਨੀਆਂ ਡਿਵੀਜ਼ਨਸ ਹੋਣਗੀਆਂ, 3। ਇੱਕ ਮੇਗਾਸਪੋਰ ਹੈ, ਇੱਕ ਮਾਈਟੋਸਿਸ ਹੋਈ, 2 ਬਣ ਗਏ। ਫਿਰ ਅੱਗੇ ਇਹਨਾਂ 'ਚ ਸੈਕਿੰਡ ਡਿਵੀਜ਼ਨ ਹੋਈ, 4 ਬਣ ਗਏ। ਫਿਰ ਇਹਨਾਂ 4ਾਂ ਦੇ ਵਿੱਚ ਫਿਰ ਤੋਂ ਡਿਵੀਜ਼ਨ ਹੋਏਗੀ ਤਾਂ ਕਿੰਨੇ ਬਣ ਜਾਣਗੇ, ਪਾਰਟੀਕੂਲਰਲੀ 8। ਠੀਕ ਹੈ, ਹੁਣ ਬੇਟਾ ਇੱਕ ਚੀਜ਼ ਹੋਰ ਆ ਵੀ ਇੱਥੇ ਇਹ ਤੁਹਾਡਾ ਜਿੱਦਾਂ ਤੁਹਾਡਾ ਇੱਥੇ ਮੈਂ ਇਹ ਮੇਗਾਸਪੋਰ ਬਣਾਤਾ ਫੰਕਸ਼ਨਲ ਮੇਗਾਸਪੋਰ। ਠੀਕ ਹੈ, ਲੋਵਰ ਮੋਸਟ ਵਾਲੇ ਨੂੰ ਚੱਕ ਲਿਆ, ਇਹਨੂੰ ਇੱਥੇ ਲੈਂਦਾ। ਓਕੇ, ਇਹ ਬਣਾਤਾ ਮੈਂ ਤੁਹਾਡਾ। ਉਸ ਤੋਂ ਬਾਅਦ ਇਹ ਵਾਲਾ ਮੇਗਾਸਪੋਰ ਦੇ ਸੈੱਲ, ਮਤਲਬ ਇਹ ਪੂਰੇ ਦਾ ਪੂਰਾ ਸੈੱਲ ਨਹੀਂ ਬਣਾਏਗਾ, 8 ਸੈੱਲ ਨਹੀਂ ਬਣਾਏਗਾ, ਨੋ। ਇਹਦੇ ਅੰਦਰ ਕਿਹਦੀ ਡਿਵੈਲਪਮੈਂਟ ਹੋਏਗੀ, ਇਹ ਕੀ ਕਰੇਗਾ, ਇਹ ਬਣਾਏਗਾ ਤੁਹਾਡਾ ਨਿਊਕਲੀਅਰ ਡਿਵੀਜ਼ਨਸ। ਠੀਕ ਹੈ, ਇਹ ਨਿਊਕਲੀਅਰ ਡਿਵੀਜ਼ਨਸ ਦੇ ਵਿੱਚ ਜਾਂਦਾ ਹੋਇਆ 8 ਨਿਊਕਲੀਅਸ ਬਣਾਏਗਾ। ਜਿੱਦਾਂ ਇੱਕ ਨੇ ਡਿਵੀਜ਼ਨ ਕਰਕੇ 2 ਬਣਾ ਲਏ, 2 ਨੇ 4 ਬਣਾ ਲਏ, 4 ਨੇ 8 ਬਣਾ ਲਏ। ਠੀਕ ਹੈ, ਸੋ ਇੱਕ ਹੀ ਮੇਗਾਸਪੋਰ ਦੇ ਅੰਦਰ ਕਿੰਨੇ ਨਿਊਕਲੀਅਸ ਆ ਜਾਣਗੇ, 8 ਨਿਊਕਲੀਅਸ। ਓਕੇ, ਤੇ ਕਿਹੜਾ ਮੇਗਾਸਪੋਰ ਹੋਏਗਾ, ਸਭ ਤੋਂ ਲੋਵਰ ਮੋਸਟ ਜਿਹੜਾ ਇਨਲਾਰਜ ਹੋਇਆ ਸੀਗਾ। 8 ਨਿਊਕਲੀਅਸ ਬਣ ਗਏ। ਉਹਨਾਂ 8 ਨਿਊਕਲੀਅਸ ਤੋਂ ਕੀ ਹੋਣਗੇ, 4 ਨਿਊਕਲੀਅਸ ਇੱਕ ਪੋਲ ਵੱਲ ਚਲੇ ਜਾਣਗੇ, 4 ਨਿਊਕਲੀਅਸ ਇੱਕ ਪੋਲ ਵੱਲ ਚਲੇ ਜਾਣਗੇ। ਲੈਟਸ ਅੰਡਰਸਟੈਂਡ ਇਟ ਵਿਦ ਦ ਹੈਲਪ ਆਫ ਅ ਡਾਇਗਰਾਮ। ਸੋ ਸੀ ਹੇਅਰ, ਦੇਖੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਮਾਈਕਰੋਪਾਈਲਰ ਐਂਡ ਦੀ ਗੱਲ ਕੀਤੀ ਹੈ ਨਾ, ਵੀ ਅਸੀਂ ਇਹ ਪੜ੍ਹਿਆ ਵੀ ਸਟਾਰਟਿੰਗ 'ਚ ਜੇ ਤੁਸੀਂ ਲਿੰਕ ਕਰੋ ਤੁਸੀਂ ਪੜ੍ਹ ਕੇ ਆਏ ਵੀ ਮਾਈਕਰੋਪਾਈਲਰ ਐਂਡ ਦੇ ਉੱਤੇ ਜਿਹੜਾ ਨਿਊਸੈਲਸ ਆ ਉਹਦੇ ਤੋਂ ਹੀ ਆਰਕੀਸਪੋਰਲ ਸੈਲਸ ਬਣੇ। ਉਹਨਾਂ ਆਰਕੀਸਪੋਰਲ ਸੈਲਸ ਤੋਂ ਡਿਵੈਲਪਮੈਂਟ ਹੋਈ, ਡਿਵੀਜ਼ਨ ਹੋਈ, ਤਾਂ ਉਹਨਾਂ ਨੇ ਹੀ ਸਾਡਾ ਮੇਗਾਸਪੋਰ ਮਦਰ ਸੈੱਲ ਬਣਾਇਆ। ਠੀਕ ਹੈ, ਸੋ ਬੇਟਾ ਇੱਥੇ ਬਣ ਗਿਆ ਤੁਹਾਡਾ ਮੇਗਾਸਪੋਰ ਮਦਰ ਸੈੱਲ। ਮੇਗਾਸਪੋਰ ਮਦਰ ਸੈੱਲ ਨੇ ਕੀਤੀ ਮਿਓਸਿਸ। ਮਿਓਸਿਸ ਕਰਕੇ ਮਿਓਸਿਸ 1 ਦੇ ਵਿੱਚ ਕੀ ਹੁੰਦਾ, ਡਾਇਆਡ ਬਣਦਾ, ਫਿਰ ਕੀ ਬਣਦਾ, ਟੈਟਰਾਇਡ। ਕਿੰਨੇ ਸੈੱਲ ਬਣ ਗਏ, 4। 4 ਸੈਲਸ 'ਚੋਂ ਉੱਪਰ ਵਾਲੇ 3 ਕੀ ਕਰ ਜਾਣਗੇ, ਡੀਜਨਰੇਟ। ਲੋਵਰ ਮੋਸਟ ਕੀ ਕਹੇਗਾ, ਲੋਵਰ ਮੋਸਟ ਕਹੇਗਾ ਵੀ ਹੁਣ ਸਾਰੀ ਰਿਸਪੌਂਸਿਬਿਲਿਟੀ ਤਾਂ ਮੇਰੇ 'ਤੇ ਆਉਣੀ ਆ, ਮੈਨੂੰ ਖਾਣਾ ਪੀਣਾ ਚਾਹੀਦਾ ਹੈ, ਡਿਵੈਲਪਮੈਂਟ ਕਰਨੀ ਚਾਹੀਦੀ ਆ, ਇਸ ਕਰਕੇ ਮੈਂ ਇਨਲਾਰਜ ਹੋ ਜਾਊਗਾ, ਇਹ ਸਾਈਜ਼ ਦੇ ਵਿੱਚ ਹੋ ਜਾਊਗਾ, ਇਨਲਾਰਜ, ਖਾਏਗਾ, ਪੀਏਗਾ, ਸਾਰੇ ਕੰਮ ਕਰੇਗਾ।
ठीक है जी। हुण ये टैट्राड बन गया। टैट्राड तो बाद नीचे वाला जिहड़ा मेगास्पोर है उन्हें पहला एक माइटोसिस की, 2 सैल बने, दूसरी माइटोसिस की 4 बने, तीसरी माइटोसिस की 8 बन गए, 8 न्यूक्लियस बन गए। ठीक है, एक सैल के अंदर कितने न्यूक्लियस आ गए? 8। नाउ वन सेल कंटेन्स 8 न्यूक्लियस, 4 आर टूवर्ड्स वन एंड, 4 आर टूवर्ड्स वन एंड। ठीक है, 4 होणगे तुहाडे चलाइजल एंड दे वल, 4 होणगे तुहाडे माइक्रोपाइल एंड दे वल। ठीक है, फिर इन्हां दोनों नूं सेंटर वाले पोर्शन ते तरस आ जाएगा भी सेंटर दे कोल तां कुछ भी नहीं हैगा। फिर एक न्यूक्लियस चलाइजल ਵੱਲੋਂ ਤੇ ਇੱਕ ਨਿਊਕਲੀਅਸ ਮਾਈਕਰੋਪਾਈਲ ਵੱਲੋਂ मूव करेगा तो कित्थे चले जाएगा? दे विल मूव टूवर्ड्स द सेंटर। सेंटर च जाएंगे, सेंटर च जाके की बना लैणगे? 2 पोलर न्यूक्लियाई। ओके, 3 सैल तुहाडे उपर हो जाएंगे, 3 सैल तुहाडे नीचे हो जाएंगे। ओके, सेंटर च जिहड़े होणगे दे विल बी 2 पोलर न्यूक्लियाई। हुण देखो की होएगा, हुण जेड़े सैल्स तो तुहाडे चलाइजल एंड वाला है, चलाइजल एंड किहड़ा सी? जिथों इंटैगूमेंट्स अराइज करदियां सीगियां। जेड़े 3 सैल्स तो तुहाडे चलाइजल एंड वाल होणगे उन्हां नूं तुसीं की नाम दोगे? उन्हां नूं तुसीं नाम दोगे एंटीपोडल्स। याद नहीं भुलाना इनू, उन्हां नूं तुसीं नाम दोगे एंटीपोडल्स। ਜਿਹੜੇ ਸੈਂਟਰ ਦੇ ਵਿੱਚ ਪੋਲਰ ਨਿਊਕਲੀਆਈ ਹੈ ਉਹ ਆਪਸ ਦੇ ਵਿੱਚ ਫਿਊਜ਼ ਕਰਕੇ ਦੋਨੋਂ ਤੋਂ ਦੋਨੋਂ ਨਿਊਕਲੀਆਈ ਇੱਕ ਸੈਕੰਡਰੀ ਨਿਊਕਲੀਆਈ ਬਣਾ ਲੈਣਗੇ। ਠੀਕ ਹੈ, ਸੈਕੰਡਰੀ ਨਿਊਕਲੀਆਈ ਦੀ ਪਲੋਇਡੀ ਕੀ ਹੋਏਗੀ? 2n, ਬਿਕੋਜ਼ ਇਹਦੇ ਅੰਦਰ 2 ਨਿਊਕਲੀਅਸ ਹੈ, ਡਬਲ ਸੈਟ ਆਫ ਕ੍ਰੋਮੋਸੋਮ ਆ ਜਾਏਗਾ। ओके, हुण जेड़े तो तुहाडे सैल कित्थे ने? हुण जेड़े तुहाडे सैल्स ने माइक्रोपाइलर एंड दे वल, उन्हां 3 सैल्स दे विचों जिहड़ा सेंटर वाला सैल होएगा वो की बनेगा? वो बनेगा तुहाडा एग। तो जेड़े 2 साइडां वाले सैल्स होणगे वो बनणगे तुहाडे साइनर्जिड्स। सेंटर वन एग विच इज़ ऑल्सो कॉल्ड oospore एंड साइडा वाले सिनर्जिड्स। देखो सिनर्जिड्स एक होर काम करेंगे। सिनर्जिड्स कुछ सैल्स दी कुछ स्ट्रक्चर जिहड़ी आ सैलूलर थिकनिंग्स जिहड़ियां ने वो डिवेलप कर लैणगे जिन्हां नूं असीं कहने फिलीफोम अपरेटस। वो फिलीफोम अपरेटस जिहड़ा आ की करदा आ? वो फिलीफोम अपरेटस हैल्प करदा है भी इन फ्यूचर पोलन ट्यूब ने आना है तो पोलन ट्यूब नूं रास्ता दिखाना है, गाइड करना है भी एग जिहड़ा आ वो इत्थे आ। एग की गाइडेंस के वास्ते ये काम करता है। ओके, सो फिलीफोम अपरेटस इज़ ऑल्सो वेरी वेरी इंपॉर्टेंट। सो तुसी ये एक डायग्राम तो ये पूरा कंक्लूड कर सकते हो भी साडी एक डिवेलपमेंट जिहड़ी मेगास्पोर मदर सैल तो मिओसिस हो के टैट्राड बनया, टैट्राड ने माइटोसिस की, न्यूक्लियस 8 बन गए, 3 एक एंड 4 एक एंड वाल चले गए, 4 एक एंड वाल, फिर उन्होंने दे आई सेंटर ते 2 उन्हें सेंटर च भेजते, 3 जेड़े चलाइजल एंड वाल एंटीपोडल्स, 3 जेड़े माइक्रोपाइलर एंड वाल उन्होंने दे विचों सेंटर वाला एग ते साइडा वाले 2 सिनर्जिड्स। तो सेंटर वाला जिहड़ा वो की बनाएगा? वो पोलर न्यूक्लियाई सीगे 2 फ्यूज करके सेकेंडरी न्यूक्लियस बना लैणगे। ओके, नाउ कम्स टू थ्योरी पोर्शन। देखो जी असीं इत्थे तक पढ़ लिया भी साडा मेगास्पोर बन गया। मेगास्पोर दी माइटोसिस होई 3 डिवीजन्स हो गई, 8 सैल बन गए, 4 एक पोल ते चले गए, 4 एक पोल ते चले गए। 1 न्यूक्लियस फ्रॉम ईच पोल माइग्रेट्स टू सेंटर, सेंटर दे विच 2 पोलर न्यूक्लियाई देते जिन्हां ने फ्यूजन करके सेकेंडरी न्यूक्लियस बना लिया। ओके, 3 न्यूक्लियाई एट चलाइजल एंड की बना देंगे आ? एंटीपोडल सैल। 3 एट माइक्रोपाइलर गेट सराउंडिड बाय साइटोप्लाज्म, वो पायरीफॉर्म सैल्स भी कह दिता जाता उन्होंने, बट तुसी सिंपली बोल दोगे भी उन्होंने चो 2 सिनर्जिड्स बन गए, एक उन्होंने चो एग सैल बन गया। देखो दी 3 कॉन्स्टिट्यूट एग अपरेटस, इन्हों असी की कहने आ? एग अपरेटस। ये 2 सिनर्जिड्स, सिनर्जिड्स की करते हैं? हैल्प करते हैं एग की डिवेलपमेंट दे विच। एंटीपोडल्स का भी यही काम होंदा है, बट एंटीपोडल्स लेटर ऑन डीजनरेट कर जाते हैं। तो जिहड़ा सेंटर वाला सैल डैट इज़ एग और oospore। सिनर्जिड्स ने की किया? सिनर्जिड्स ने कुछ सैलूलर थिकनिंग्स डिवेलप कीतियां जिन्होंने फिलीफोम अपरेटस कहा, जिन्हों ने एक गाइड का काम किया भी पोलन ट्यूब जी तुसी इधर दी आओ, एग तुहाडा इत्थे आ, दस्सिया भी पोलन ट्यूब नूं आसानी हो जाए एग तक पहुँचण दी। सो बेटा दिस इज़ होल डिवेलपमेंट ऑफ मेगास्पोरोजेनेसिस। देखो हुण एक मेगास्पोर तो डिवेलपमेंट हुई है ना, मैं कितों डिवेलपमेंट करवाई? सिर्फ एक तो।
ਇੱਕ ਤੋਂ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ, ਉਹਨੂੰ ਅਸੀਂ ਕਹਿੰਦੇ ਆ ਮੋਨੋਸਪੋਰਿਕ। ਮੋਨੋ ਮੀਨਸ ਵਨ, ਠੀਕ ਹੈ। ਸੋ ਇੱਕ ਮੈਗਾਸਪੋਰ ਤੋਂ ਜਦੋਂ ਅਸੀਂ ਡਿਵੈਲਪਮੈਂਟ ਕਰਵਾਈ, ਡੈਟ ਇਜ਼ ਮੋਨੋਸਪੋਰਿਕ ਡਿਵੈਲਪਮੈਂਟ। ਤਾਂ ਇਸ ਡਿਵੈਲਪਮੈਂਟ ਦੇ ਵਿੱਚ ਐਂਡ 'ਤੇ ਸਾਡੇ ਕੋਲ ਕਿੰਨੇ ਸੈੱਲ ਬਣੇ, ਸਾਡੇ ਕੋਲ ਬਣੇ 7 ਸੈੱਲ। ਕਿੰਨੇ ਨਿਊਕਲੀਏਟ ਬਣੇ, 8 ਨਿਊਕਲੀਏਟ। 7 ਸੈਲਡ 8 ਨਿਊਕਲੀਏਟ ਸਟੇਜ। ਹੁਣ ਸਾਰੇ ਇਹ ਹੈਰਾਨ ਹੋ ਜਾਣਗੇ 8 ਨਿਊਕਲੀਅਸ ਕਿੱਦਾਂ ਹੋ ਗਏ। ਬੇਟਾ ਜਿਹੜਾ ਸੈਂਟਰ ਵਾਲਾ ਸੀਗਾ, 2 ਪੋਲਰ ਨਿਊਕਲੀਆਈ ਉਹਨਾਂ ਨੇ ਆਪਸ 'ਚ ਫਿਊਜ਼ ਕਰਕੇ ਕੀ ਬਣਾਇਆ ਸੀਗਾ, ਸੈਕੰਡਰੀ ਨਿਊਕਲੀਅਸ। ਤਾਂ ਉੱਥੇ ਕਿੰਨੇ ਨਿਊਕਲੀਅਸ ਕਿੰਨੇ ਜਾਣਗੇ, 2। ਓਕੇ, ਲੈਟ ਮੀ do this again, see here। so ਕਿੰਨੇ ਸੈੱਲ ਨੇ ਸਾਡੇ ਕੋਲ, ਸਾਡੇ ਕੋਲ ਦੇਖੋ 1 2 3 4 5 6 ਤੇ 7 ਸੈੱਲ ਹੋ ਗਏ। ਕਿਉਂਕਿ ਹੁਣੇ ਫਿਊਜ਼ ਕਰ ਚੁੱਕਿਆ ਨਾ ਸੈਂਟਰ ਵਾਲਾ, ਤੈਨੂੰ ਇੱਕ ਸੈੱਲ ਹੀ ਕਵਾਂਗੇ। ਮੈਂਬਰੇਨ ਇੱਕ ਹੈ ਇਹਨਾਂ ਦੀ, ਬਟ ਸਾਡੇ ਕੋਲ ਨਿਊਕਲੀਅਸ ਕਿੰਨੇ ਹੋ ਜਾਣਗੇ, ਸਾਡੇ ਕੋਲ ਨਿਊਕਲੀਅਸ ਹੋਣਗੇ, let me use purple color। okay, ਸਾਡੇ ਕੋਲ ਨਿਊਕਲੀਅਸ ਕਿੰਨੇ ਨੇ, 1 2 3, ਇਹਦੇ ਅੰਦਰ ਕਿੰਨੇ ਨੇ, 2 4 5 6 7 8। ਸੋ ਕਿਹੜੀ ਸਟੇਜ ਆ ਗਈ, 7 ਸੈਲਡ 8 ਨਿਊਕਲੀਏਟ। ਓਕੇ, ਐਂਡ ਇਹ ਜਿਹੜਾ ਤੁਹਾਡੇ ਕੋਲ ਬਣਦਾ ਆ ਸਾਰਾ, ਇਹਨੂੰ ਅਸੀਂ ਕਹਿੰਦੇ ਆ ਐਮਬਰੀਓਸੈਕ। ਐਮਬਰੀਓਸੈਕ ਦੇ ਅੰਦਰ ਕੀ ਹੈ, ਐਗ। ਦੇਖੋ ਅਸੀਂ ਇਹੀ ਚੀਜ਼ ਸਟਾਰਟਿੰਗ 'ਚ ਪੜ੍ਹੀ ਸੀਗੀ ਵੀ ਸਾਡੇ ਕੋਲ ਕੀ ਹੁੰਦਾ, ਸਾਡੇ ਕੋਲ ਓਵਰੀ, ਓਵਰੀ ਦੇ ਅੰਦਰ ਹੁੰਦਾ ਸਾਡਾ ਅਵਿਊਲ ਭਾਈ ਸਾਹਿਬ, ਅਵਿਊਲ ਦੇ ਅੰਦਰ ਹੁੰਦਾ ਐਮਬਰੀਓਸੈਕ, ਐਮਬਰੀਓਸੈਕ ਦੇ ਅੰਦਰ ਹੁੰਦਾ ਐਗ ਅਪਰੇਟਸ ਔਰ ਐਗ, ਜਿੱਥੋਂ ਸਾਡੀ ਬਾਅਦ ਵਿੱਚ ਕਿੱਥੋਂ ਜਾਂਦੀ ਹੈ ਪੋਲਨ ਟਿਊਬ, ਫਰੋਮ ਮਾਈਕਰੋਪਾਈਲ। ਇੱਥੇ ਓਪਨਿੰਗ ਹੈ, ਇੱਧਰੋਂ ਜਾਊਗੀ। ਓਕੇ, ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ। ਜੇ ਕਿਸੇ ਨੂੰ ਕੋਈ ਵੀ ਡਾਊਟ ਹੈ, ਕੋਈ ਵੀ ਕਮੀ ਪੇਸ਼ੀ ਹੈ ਮੇਰੀ ਟੀਚਿੰਗ ਦੇ ਵਿੱਚ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਐਂਡ ਵੀ ਵਿਲ ਡੂ ਇਟ ਅਗੇਨ। ਥੈਂਕ ਯੂ।